नवा ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰੀਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780 233 3100 233 3100 ਜਾਂ ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। Are you satisfied now? It's more than enough. Kapil ji, you're the best. Thank you, Kapil sahab. ਤੁਸੀਂ ਤੇ ਕਮਾਲ ਕਰਦੇ ਹੋ। Thank you. Thank you very much. You're one of the best accountants I ever found. KP Accounting and Tax Services. Pata 135 Milbourne Road East ਤੇ phone number 7804692677. Durable Windows and Doors. The future in window system. Awarded with one of the best managed companies in Canada. Durable Windows and Doors ਤੋਂ ਤੁਸੀਂ ਆਪਣੇ ਮਨਪਸੰਦ ਦੇ ਡਿਜ਼ਾਈਨਸ ਵੀ ਬਣਵਾ ਸਕਦੇ ਹੋ। Your one-stop windows and doors shop for your dream home. Canada's first IMS certified windows and doors manufacturers. Durable Windows and Doors. Address 10920 178 Street. Head office the phone number 7804550440. ਐਡਮਿੰਟਨ ਸ਼ਹਿਰ ਵਿੱਚ ਵਿਆਹ, ਸ਼ਾਦੀ, ਬਰਥਡੇ ਪਾਰਟੀ ਜਾਂ ਕਿਸੇ ਵੀ ਤਰ੍ਹਾਂ ਦੇ ਫੰਕਸ਼ਨ ਲਈ ਮਹਾਰਾਜਾ ਬੈਂਕੁਏਟ ਹਾਲ ਦਾ ਨਾਂ ਚੇਤੇ ਰੱਖੋ, ਜਿੱਥੇ 100 ਤੋਂ ਲੈ ਕੇ 1000 ਬੰਦਿਆਂ ਤੱਕ ਦੀ ਪਾਰਟੀ ਦਾ ਸ਼ਾਨਦਾਰ ਪ੍ਰਬੰਧ ਹੈ। ਫ੍ਰੈਂਡਲੀ ਸਰਵਿਸਿਜ਼ ਲਈ ਫੋਨ ਕਰੋ ਤਾਰਕ ਚੌਧਰੀ ਹੁਣਾਂ ਨੂੰ 7806957200 ਜਾਂ ਫੋਨ ਕਰੋ 7804969696। ਮਹਾਰਾਜਾ ਬੈਂਕੁਏਟ ਹਾਲ। ਦੋਸਤੋ, ਪਿਛਲੇ ਦਿਨੀ ਐਡਮਿੰਟਨ ਸ਼ਹਿਰ ਦੇ ਵਿੱਚ ਪੰਜਾਬ ਦੇ ਭੁਲੱਥ ਹਲਕੇ ਤੋਂ ਸਾਬਕਾ MLA ਸੁਖਪਾਲ ਖਹਿਰਾ ਹੁਣੀ ਸਾਡੇ ਸ਼ਹਿਰ ਦੇ ਵਿੱਚ ਆਏ। ਉਹਨਾਂ ਦੇ ਨਾਲ ਸਾਰਿਆਂ ਨੇ ਮੁਲਾਕਾਤ ਕਰਨ ਜਾ ਰਹੇ ਨੇ। ਲਾਟ ਪਿੰਡਰ ਸਾਡੇ ਸ਼ਹਿਰ ਵਿੱਚ ਪਹੁੰਚੇ ਨੇ ਪੰਜਾਬ ਤੋਂ ਇਸ ਵੇਲੇ ਵਿਧਾਨ ਸਭਾ ਹਲਕਾ ਭੁਲੱਥ ਦੇ ਸਾਬਕਾ MLA ਸੁਖਪਾਲ ਸਿੰਘ ਖਹਿਰਾ, ਜਿਹੜੇ ਕਿ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਨੇ। ਆਓ ਉਹਨਾਂ ਦਾ ਧੰਨਵਾਦ ਕਰਦੇ ਹਾਂ। ਜੀ ਆਇਆਂ ਕਹਿੰਦੇ ਹਾਂ ਖਹਿਰਾ ਸਾਹਿਬ ਸਾਡੇ ਸ਼ਹਿਰ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਸਾਰਿਆਂ ਨੂੰ ਜੀ, ਔਰ ਫਤਿਹ ਅਰਜ਼ ਕਰਦਾ ਜੀ। ਮੈਂ ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਦੀ ਜਿਹੜੀ ਉਹ ਚਿੰਤਾ ਰਹਿੰਦੀ ਆ, ਪੰਜਾਬ ਦੇ ਮੌਜੂਦਾ ਹਾਲਾਤ ਆ, ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਜਾਣੂ ਕਰਾਓ। ਪਿੰਡਰ ਸਾਹਿਬ, ਤੁਸੀਂ ਸਾਰੇ ਬੜੇ ਚਿੰਤਿਤ ਹੋ। ਮੈਂ ਜਿੰਨਾ ਵੀ ਇੱਥੇ ਆਣ ਕੇ ਲੋਕਾਂ ਨੂੰ ਮਿਲਿਆ, ਇੰਟਰੈਕਸ਼ਨ ਕੀਤਾ, ਸਭ ਤੋਂ ਜ਼ਿਆਦਾ ਲੋਕਾਂ ਨੂੰ ਪੰਜਾਬ ਦੀ ਚਿੰਤਾ, ਇੱਥੋਂ ਦੀ ਰਾਜਨੀਤਿਕ ਚਿੰਤਾ ਘੱਟ ਆ ਅਤੇ ਉੱਥੇ ਚਿੰਤਾ ਪੰਜਾਬ ਦੀ ਜ਼ਿਆਦਾ ਹੈ, ਕਿਉਂਕਿ ਇੱਥੇ ਦਾ ਸਿਸਟਮ ਇਨ ਪਲੇਸ ਹੈ, ਬਹੁਤ ਕੁਛ ਬਿਹਤਰੀਨ ਹੈ, ਗੁੱਡ ਗਵਰਨੈਂਸ ਹੈ, ਅੱਛੀ ਸੜਕਾਂ, ਐਜੂਕੇਸ਼ਨ, ਹੈਲਥ ਕੇਅਰ, ਸਭ ਕੁਛ ਹੈਗਾ। ਲੇਕਿਨ ਪੰਜਾਬ ਜਿਹੜਾ ਸਾਡਾ, ਕਿਸੇ ਵੇਲੇ ਪੰਜਾਬ ਹਿੰਦੁਸਤਾਨ ਦਾ ਨੰਬਰ 1 ਸੂਬਾ ਸੀਗਾ, ਉੱਥੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਕਿ ਪਿਛਲੇ ਕੁਝ ਸਾਲਾਂ ਤੋਂ ਬਜਾਏ ਉਹ ਤਰੱਕੀ ਕਰਨ ਦੇ, ਉਹਦੇ ਵਿੱਚ ਨਿਕਾਰ ਆਇਆ ਵਾ। ਔਰ ਜੇ ਮੈਂ ਕਹਿੰਦਾ ਕਿ ਜਦੋਂ ਘਰ ਦੀ ਆਰਥਿਕਤਾ ਖਰਾਬ ਹੁੰਦੀ ਆ, ਅੱਜ ਪੰਜਾਬ ਦੀ ਆਰਥਿਕਤਾ ਖਰਾਬ ਹੋਈ ਆ, ਸਾਡੇ ਪੰਜਾਬ ਦੇ ਸਿਰ ਇਸ ਵੇਲੇ 1,10,000 ਕਰੋੜ ਦਾ ਕਰਜ਼ਾ ਹੈ। ਔਰ ਇਸ ਕਰਜ਼ੇ ਦੇ ਵਿਆਜ ਦੀ ਅਦਾਇਗੀ ਦੇ ਵਿੱਚ ਜਿਹੜਾ ਸਾਡਾ ਵਿਕਾਸ ਦਾ ਸੁਪਨਾ ਉਹ ਡੁੱਬ ਜਾਂਦਾ ਵਾ। ਜਿਹੜੇ ਪੈਸੇ ਸਾਡੇ ਵਿਕਾਸ 'ਤੇ ਲੱਗਣੇ ਚਾਹੀਦੇ ਸੀਗੇ, ਉਹ ਅਸੀਂ ਕਰਜ਼ਾ ਚੁੱਕ ਕੇ ਜਦੋਂ ਆਪਣਾ ਘਰ ਚਲਾਉਂਦੇ ਹਾਂ ਉਹ 'ਚ ਰਹਿ ਜਾਂਦੇ ਨੇ। ਸਾਡੀ ਜਿਹੜੀ ਕਿਉਂਕਿ ਪੰਜਾਬ ਬੇਸਿਕਲੀ ਖੇਤੀ ਪ੍ਰਧਾਨ ਸੂਬਾ ਹੈ, ਜਿਹੜੀ ਐਗਰੇਰੀਅਨ ਇਕੋਨਮੀ ਵੀ ਆ ਸਾਡੀ, ਉਹ ਵੀ ਬੜੀ ਡੋਲ ਡਰਮਸ ਵਿੱਚ ਹੈ। ਜਿਹੜਾ ਹੁਣੇ ਲੇਟੈਸਟ ਇੱਕ ਨਬਾਰਡ, ਜਿਹੜਾ ਹਿੰਦੁਸਤਾਨ ਦਾ ਐਗਰੀਕਲਚਰ ਡਿਵੈਲਪਮੈਂਟ ਬੈਂਕ ਹੈ, ਉਹਨਾਂ ਨੇ ਇੱਕ ਸਰਵੇ ਕੀਤਾ ਤਾਂ ਪਾਇਆ ਗਿਆ ਕਿ 51,000 ਕਰੋੜ ਦਾ ਪੰਜਾਬ ਦੇ ਕਿਸਾਨ ਦੇ ਸਿਰ ਵੀ ਕਰਜ਼ਾ ਹੈ। ਆਤਮ ਹੱਤਿਆਵਾਂ ਕਿਸਾਨ ਦੀਆਂ, ਖੇਤ ਮਜ਼ਦੂਰ ਦੀਆਂ, ਇਹ ਸਾਰਾ ਉਹਦਾ ਕਾਰਨ ਹੈ। ਔਰ ਜਦੋਂ ਆਰਥਿਕਤਾ ਇਹ ਹਾਲਾਤ ਹੋਣ ਅਤੇ ਪਿੰਡਾਂ ਦੀ ਖੇਤੀ ਦੇ ਹਾਲਾਤ ਇਹੋ ਜਿਹੇ ਹੋਣ, ਤਾਂ ਅੱਜ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੌਲਾ ਵਾ, ਇਹ ਇੱਕ ਕਿਸਮ ਦਾ ਫਿਰ ਜ਼ਮੀਨ ਤਿਆਰ ਕੀਤੀ ਗਈ ਪਿਛਲੇ ਕੁਝ ਸਾਲਾਂ ਤੋਂ ਸਾਡੇ ਪੋਲੀਟੀਕਲ ਆਗੂਆਂ ਦੀ ਅਫਸਰਸ਼ਾਹੀ ਦੀ ਨਲਾਇਕੀ ਦੇ ਨਾਲ। ਅੱਜ ਜਿਹੜਾ ਪੰਜਾਬ ਇਸ ਕਾਗਾਰ 'ਤੇ ਖੜ੍ਹਾ, ਇਸ ਬਰਬਾਦੀ ਦੇ ਕੰਢੇ 'ਤੇ, ਜਦੋਂ ਫਿਰ ਨੌਜਵਾਨ ਪਿੰਡਾਂ ਦੇ ਜਿਹੜੇ ਨਾ ਉਹ ਖੇਤੀ ਵਿੱਚ ਉਹਨਾਂ ਨੂੰ ਉਮੀਦ ਆ ਅਤੇ ਨਾ ਉਹਨਾਂ ਨੂੰ ਕੋਈ ਨੌਕਰੀਆਂ ਮਿਲਦੀਆਂ ਨੇ ਪੜ੍ਹਨ ਲਿਖਣ ਦੇ ਬਾਵਜੂਦ, ਤਾਂ ਅੱਜ ਪੰਜਾਬ ਦੇ ਵਿੱਚ ਪਿੰਡਾਂ 'ਚ ਮਾਯੂਸੀ ਦੇ ਆਲਮ ਵਿੱਚ ਸਾਡੇ ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਦੇ ਚੱਕਰ 'ਚ ਫਸੇ ਹੋਏ ਨੇ। ਇਸੇ ਤਰ੍ਹਾਂ ਹੀ ਅਗਰ ਤੁਸੀਂ ਧਿਆਨ ਕਰੋਗੇ, ਸਾਡੀ ਜਿਹੜੀ ਐਜੂਕੇਸ਼ਨ ਦੀ ਪ੍ਰਣਾਲੀ ਹੈ, ਸਰਕਾਰੀ ਸਕੂਲ, ਉਹ ਬਿਲਕੁਲ ਢਹਿ ਢੇਰੀ ਹੋਏ ਪਏ ਨੇ। ਸਾਡਾ ਹੈਲਥ ਕੇਅਰ ਸਿਸਟਮ, ਮੈਨੂੰ ਨਹੀਂ ਉਮੀਦ ਕਿ ਆਮ ਆਦਮੀ ਨੂੰ ਕਿਸੇ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਇਲਾਜ ਹੋਣ ਦੀ ਉਮੀਦ ਹੈ। ਅਤੇ ਜਿਹੜੇ ਪ੍ਰਾਈਵੇਟ ਹਸਪਤਾਲ ਬਣ ਗਏ ਪੰਜਾਬ ਦੇ ਵਿੱਚ, ਬਹੁਤ ਮਹਿੰਗੇ
ਫੋਰਟਿਸ, ਐਸਕੋਟ, ਅਪੋਲੋ, ਇਹਨਾਂ ਵਿੱਚ ਆਮ ਗਰੀਬ ਆਦਮੀ ਦਾ ਕੀ, ਦਰਮਿਆਨੇ ਵਰਗ ਦਾ ਵੀ ਆਦਮੀ ਆਪਣਾ ਇਲਾਜ ਨਹੀਂ ਕਰਾ ਸਕਦਾ। ਬੇਰੁਜ਼ਗਾਰੀ ਮੈਂ ਪਹਿਲਾਂ ਕਿਹਾ ਵਾ ਕਿ 40 ਤੋਂ 50 ਲੱਖ ਜਿਹੜਾ ਨੌਜਵਾਨ ਹੈ ਪੰਜਾਬ ਦੇ ਵਿੱਚ ਉਹ ਬੇਰੁਜ਼ਗਾਰ ਹੈ ਅੱਜ। ਲਾਅ ਐਂਡ ਆਰਡਰ, ਅਨਐਮਪਲੋਇਮੈਂਟ, ਡਰੱਗਸ, ਇਹ ਸਾਰਾ ਇੰਟਰਕਨੈਕਟਡ ਸਿਚੁਏਸ਼ਨ ਹੈ ਜੀ। ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਪੰਜਾਬ ਦੀ ਜਿਹੜੀ ਸਥਿਤੀ ਰਹੀ ਆ ਉਹ ਸਾਨੂੰ ਬਾਹਰ ਬੈਠਿਆਂ ਨੂੰ ਪਤਾ, ਤੁਹਾਨੂੰ ਵੀ। ਇਹਦੇ ਵਿੱਚ ਸੋਸ਼ਲ ਮੀਡੀਆ ਨੇ ਕਹਿੰਦੇ ਕਾਫੀ ਰੋਲ ਅਦਾ ਕੀਤਾ। ਬਾਕੀ ਜਿਹੜੇ ਬਾਹਰ ਬੈਠੇ ਸਾਰੇ ਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਆ, ਉਹਨਾਂ ਦਾ ਅਸਰ ਜਿਹੜਾ ਉਹਦੇ ਕਰਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਇੰਨਾ ਵਧੀਆ ਆਪਣੀ ਕਾਰਗੁਜ਼ਾਰੀ ਕਰ ਦਿਖਾਈ ਆ। ਤੁਸੀਂ ਕੀ ਸਮਝਦੇ ਹੋ ਇਸ ਵੇਲੇ ਕਿ ਅੱਗੇ ਤੇ ਇਹੀ ਹੁੰਦਾ ਸੀ ਕਿ ਕਦੇ ਕਾਂਗਰਸ ਆ ਗਈ, ਕਦੇ ਅਕਾਲੀ ਆ ਗਏ, ਤੇ ਇਹਦੇ ਵਿੱਚ ਹੁਣ ਕੀ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਮੇਰਾ ਇਹ ਮੰਨਣਾ ਵਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਨਾ ਹਿੰਦੁਸਤਾਨ ਦੇ ਸੀਨ ਤੇ, ਜਾਂ ਪੰਜਾਬ ਦੇ ਵਿੱਚ ਉਹ ਆਏ ਨੇ, ਸਾਨੂੰ ਸਾਰਿਆਂ ਨੂੰ ਕੰਪੀਟੀਸ਼ਨ ਮਿਲਿਆ ਵਾ। ਅੱਗੇ ਕੇਵਲ 2 ਰਵਾਇਤੀ ਪਾਰਟੀਆਂ, ਇੱਕ ਵਾਰੀ ਉਹ ਇੱਕ ਵਾਰੀ ਉਹ, ਹੁਣ ਇਹਨਾਂ ਦੇ ਆਉਣ ਦੇ ਨਾਲ ਪੋਲੀਟਿਕਸ ਪੰਜਾਬ ਦੀ ਕੰਪੀਟੀਟਿਵ ਹੋਵੇਗੀ ਔਰ ਉਹਦੇ ਵਿੱਚ ਫਿਰ ਸੁਧਾਰ ਹੋਣ ਦੇ ਚਾਂਸਸ ਆ। ਕਿਉਂਕਿ ਅਗਰ ਇੱਕ ਪੈਮਾਨਾ ਸੈੱਟ ਕਰਦੀ ਪਾਰਟੀ ਕਿ ਅਸੀਂ ਬੇਦਾਗ ਆਦਮੀ ਲੈ ਕੇ ਆਵਾਂਗੇ, ਅਸੀਂ ਪੜ੍ਹੇ ਲਿਖੇ ਆਗੂ ਲੈ ਕੇ ਆਵਾਂਗੇ, ਅਸੀਂ ਜਿਹੜਾ ਕ੍ਰਿਮੀਨਲ ਪਿਛੋਕੜ ਵਾਲੇ ਬੰਦਿਆਂ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ, ਅਸੀਂ ਇਲੈਕਸ਼ਨਾਂ ਵਿੱਚ ਘੱਟ ਖਰਚਾ ਕਰਾਂਗੇ, ਕੁਝ ਗੱਲਾਂ ਉਹਨਾਂ ਨੇ ਅੱਛੀਆਂ ਇੰਟਰੋਡਿਊਸ ਕੀਤੀਆਂ। ਦੋਨੋਂ ਪਾਰਟੀਆਂ ਨੂੰ ਉਹਦੇ ਨਾਲ ਏਜੰਡਾ ਵੀ ਤਬਦੀਲ ਕਰਨਾ ਪਵੇਗਾ। ਜੋ VIP ਕਲਚਰ, ਜੋ ਲਾਲ ਬੱਤੀਆਂ, ਸਿਕਿਉਰਿਟੀਆਂ, ਉਹ ਸਾਰਾ ਕੁਝ ਹਟਾਉਣਾ ਪਵੇਗਾ, ਬੰਦੇ ਅੱਗੇ ਲੈ ਕੇ ਆਉਣੇ ਪੈਣਗੇ। ਇਸ ਲਈ ਉਹਨਾਂ ਦੀ ਐਂਟਰੀ ਦਾ ਤਾਂ ਫਾਇਦਾ ਪੰਜਾਬ ਨੂੰ ਹੋਇਆ ਵਾ। ਲੇਕਿਨ ਜੇ ਮੈਂ ਗੱਲ ਕਰਾਂ ਕਿ ਜਿੱਦਾਂ ਪਾਰਲੀਮੈਂਟ ਦੇ ਵਿੱਚ ਤੁਸੀਂ ਕਿਹਾ ਕਿ NRIs ਨੇ ਬੜੀ ਇਮਦਾਦ ਕੀਤੀ, ਨੌਜਵਾਨਾਂ ਨੇ, ਸੋਸ਼ਲ ਮੀਡੀਆ, ਸਾਰਾ ਕੁਝ ਹੋ ਗਿਆ, ਲੇਕਿਨ ਪਰਫਾਰਮੈਂਸ ਉਹਨਾਂ ਦੇ ਵੀ MPs ਦੀ, ਜੋ ਰਵਾਇਤੀ ਤੁਰੀਆਂ ਆਉਂਦੀਆਂ ਪਾਰਟੀਆਂ ਦੇ ਬੰਦੇ ਉੱਦਾਂ ਦੀ ਹੈ। ਔਰ ਤੁਸੀਂ ਦੇਖਿਆ ਕਿ ਉਹਦਾ ਫਿਰ ਇਮੀਡੀਏਟਲੀ ਅਸਰ ਜਿਹੜਾ ਜਿਮਨੀ ਚੋਣਾਂ ਹੋਈਆਂ ਪਟਿਆਲੇ ਅਤੇ ਤਲਵੰਡੀ ਸਾਬੋ ਦੀਆਂ, ਉਹਨਾਂ ਵਿੱਚ ਉਹਨਾਂ ਦੀ ਵੋਟ ਸ਼ੇਅਰ ਡਰਾਸਟਿਕਲੀ ਡਰੋਪ ਕੀਤੀ ਹੈ। ਇਸ ਲਈ ਮੈਂ ਸਮਝਦਾ ਕਿ ਪਾਰਟੀ ਭਾਵੇਂ ਕੋਈ ਹੋਵੇ, ਜਿਹੜੀ ਉਹਦੀ ਦੀ ਲੀਡਰਸ਼ਿਪ ਹੈ ਉਹ ਅੱਛੀ, ਸਾਫ਼ ਸੁਥਰੀ ਔਰ ਬੇਦਾਗ ਔਰ ਭ੍ਰਿਸ਼ਟਾਚਾਰ ਤੋਂ ਰਹਿਤ ਹੋਣੀ ਚਾਹੀਦੀ ਆ। ਜਿਹੜਾ ਸਾਡਾ ਨੰਬਰ 1 ਆਦਮੀ ਬਣੇ ਪੰਜਾਬ ਦਾ, ਜਦ ਤਾਈਂ ਉਹਦਾ ਇਰਾਦਾ ਨੇਕ ਨਹੀਂਗਾ, ਉਹ ਆਪ ਬੇਦਾਗ ਨਹੀਂਗਾ, ਉਨੀ ਦੇਰ ਤੇ ਥੱਲੜੇ ਪਲੇਅਰਸ ਦੀ ਉੱਥੇ ਕੋਈ ਬਹੁਤ ਜ਼ਿਆਦਾ ਮੀਨਿੰਗ ਮੈਨੇ ਖੇਜ਼ ਯੋਗਦਾਨ ਨਹੀਂਗਾ ਜੀ। 67 ਸਾਲ ਪਹਿਲਾਂ ਜਦੋਂ ਗੋਰੇ ਹਿੰਦੁਸਤਾਨ ਨੂੰ ਛੱਡ ਕੇ ਗਏ ਤੇ ਜਾਂਦੇ ਜਾਂਦੇ ਅਫਸਰਸ਼ਾਹੀ ਜਿਹੜੀ ਸੀ ਉਹਨੂੰ ਉਸੇ ਤਰ੍ਹਾਂ ਹੀ ਉਹ ਛੱਡ ਗਏ ਤੇ ਉਹ ਅਜੇ ਵੀ ਬਰਕਰਾਰ ਰਿਹਾ। ਸਗੋਂ ਉਹਦੇ ਤੋਂ ਵੀ ਉੱਪਰ ਜਿਹੜਾ ਗਲਬਾ ਅਫਸਰਸ਼ਾਹੀ ਦਾ ਉਹ ਹੈਗਾ। ਤੁਸੀਂ ਇੱਥੇ ਬਾਹਰਲੇ ਮੁਲਕਾਂ ਵਿੱਚ ਵੀ ਦੇਖਦੇ ਆਉਂਦੇ ਹੋ, ਇੱਥੇ ਅਫਸਰਸ਼ਾਹੀ ਨਹੀਂ ਕਿਤੇ ਐਗਜ਼ਿਸਟ ਕਰਦੀ ਵੀ ਦਿਸਦੀ। ਪੰਜਾਬ ਦੇ ਵਿੱਚ ਤੇ ਹਿੰਦੁਸਤਾਨ 'ਚ ਕਿਤੇ ਸਾਨੂੰ ਨਿਜਾਤ ਮਿਲੂ ਉਸ ਚੀਜ਼ ਤੋਂ? ਸਭ ਤੋਂ ਵੱਡਾ ਮੈਂ ਕਹਿ ਦਿਆਂ ਜੀ ਕਿ ਜਿਹੜੀ ਮਸ਼ੀਨਰੀ ਨੇ ਮੁਲਕ ਨੂੰ ਅੱਗੇ ਚਲਾਉਣਾ, ਕਿਉਂਕਿ ਪੋਲੀਟੀਕਲ ਆਗੂ ਤਾਂ ਇੱਕ ਨੀਤੀ ਘੜ ਸਕਦੇ ਨੇ, ਲਾਗੂ ਕਰਨ ਵਾਲੀ ਸਾਰੀ ਅਫਸਰਸ਼ਾਹੀ ਆ। ਔਰ ਤੁਸੀਂ ਬਿਲਕੁਲ ਦੁਰਸਤ ਫਰਮਾਇਆ, ਗੋਰਿਆਂ ਦੀ ਅਫਸਰਸ਼ਾਹੀ ਮਾੜੀ ਨਹੀਂ ਸੀਗੀ ਜੀ, ਉਹਨਾਂ ਦੇ ਅਫਸਰ ਇੱਦਾਂ ਕਰਪਟ ਨਹੀਂ ਸੀਗੇ, ਬੇਈਮਾਨ ਨਹੀਂ ਸੀਗੇ, ਆਪਣੇ ਸੂਬੇ ਦਾ ਧਿਆਨ ਰੱਖਦੇ ਸੀਗੇ, ਉਹਦੇ ਨਾਲ ਸਿੰਸੀਅਰ ਸੀਗੇ। ਲੇਕਿਨ ਜਿਹੜੀ ਹੁਣ ਬਿਊਰੋਕ੍ਰੇਸੀ ਹੈ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਵੀ, ਸਾਰੇ ਹੀ ਬਸ ਚੰਗੀ ਪੋਸਟਿੰਗ, ਚੰਗਾ ਅਹੁਦਾ ਸਾਂਭਣ ਲਈ ਲਿਟਦੇ ਫਿਰਦੇ ਨੇ। ਔਰ ਇਹਨਾਂ ਲੋਕਾਂ ਨੇ ਆਪਣਾ ਜਿਹੜਾ ਈਮਾਨ ਆ ਉਹ ਪੋਲੀਟੀਕਲ ਆਗੂਆਂ ਦੇ ਪੈਰਾਂ ਵਿੱਚ ਰੱਖ ਦਿੱਤਾ ਜਾ ਕੇ, ਉਹ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਨੇ। ਜੇ ਮੈਂ ਇਹ ਕਹਿ ਦਿਆਂ ਕਿ ਸਾਰੇ ਪੰਜਾਬ ਦੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਇੰਨੀ ਬੁਰੀ ਤਰ੍ਹਾਂ ਉਹਦਾ ਸਿਆਸੀਕਰਨ ਹੋਇਆ ਵਾ ਕਿ ਹੁਣ ਕਿਸੇ ਤਰ੍ਹਾਂ ਦਾ ਵੀ ਕੋਈ ਇਨਸਾਫ ਮਿਲਣ ਦਾ ਕੋਈ ਚਾਂਸ ਹੀ ਨਹੀਂ ਰਹਿ ਗਿਆ। ਬਣਾ ਕਿਉਂ ਭੀੜ ਦਾ ਹਿੱਸਾ ਮੈਂ ਤੇਰੇ ਸ਼ਹਿਰ ਵਿੱਚ ਆ ਕੇ, ਮੇਰੀ ਪਹਿਚਾਣ ਵੱਖਰੀ ਹੈ ਮੇਰੇ ਨਾਮ ਦਾ ਚਰਚਾ। ਦੋਸਤੋ, ਤੁਸੀਂ ਵੇਖ ਰਹੇ ਹੋ ਵਤਨ TV ਪ੍ਰੋਗਰਾਮ ਤੇ ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਅਗਾਂਹ ਤੋਰਦੇ ਹਾਂ ਅੱਜ ਇਸ ਪ੍ਰੋਗਰਾਮ ਨੂੰ ਇਸ ਗੀਤ ਦੇ ਨਾਲ। ਮੇਰਾ ਇਹ ਗੀਤ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਸਮਰਪਿਤ ਹੈ ਜੋ ਆਪ ਤਾਂ ਚਲੇ ਗਏ, ਪਰ ਉਹਨਾਂ ਦੀਆਂ ਯਾਦਾਂ ਸਾਡੇ ਦਿਲਾਂ ਵਿੱਚ ਸਦਾ ਵਸਦੀਆਂ ਰਹਿਣਗੀਆਂ। ਛੱਡੋ ਝਗੜੇ ਝਮੇਲੇ ਪੀਂਗਾ ਪਿਆਰ ਦੀਆਂ ਪਾਈਏ, ਮੌਤ ਕਿਸੇ ਦੀ ਗੁਲਾਮ ਨਹੀਂ, ਖੁਸ਼ੀਆਂ ਮਨਾਈਏ। ਛੱਡੋ ਝਗੜੇ ਝਮੇਲੇ ਪੀਂਗਾ ਪਿਆਰ ਦੀਆਂ ਪਾਈਏ, ਮੌਤ ਕਿਸੇ ਦੀ ਗੁਲਾਮ ਨਹੀਂ, ਖੁਸ਼ੀਆਂ ਮਨਾਈਏ। ਜਾ ਕੇ ਐਸੀ ਇੱਕ ਥਾਂ ਜਿੱਥੇ ਕੋਈ ਵੀ ਨਹੀਂ ਰਹਿੰਦਾ।
ਪਾਈਏ ਦਿੱਤਾ ਬਹੁਤਾ ਹੋਵੇ ਰੱਬ ਨੇ ਤਾਂ ਵੰਡ ਵੰਡ ਖਾਈਏ ਦਿੱਤਾ ਬਹੁਤਾ ਹੋਵੇ ਰੱਬ ਨੇ ਤਾਂ ਵੰਡ ਵੰਡ ਖਾਈਏ ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰੀਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਅਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੌਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780 233 3100 233 3100 ਜਾਂ ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। Are you satisfied now? It's more than enough. Kapil ji, you're the best. Thank you, Kapil Sahab. ਤੁਸੀਂ ਤੇ ਕਮਾਲ ਕਰਦੇ ਹੋ। Thank you. Thank you very much. You're one of the best accountants I ever found. KP Accounting and Tax Services, ਪਤਾ 135 Milbourne Road East ਤੇ ਫੋਨ ਨੰਬਰ 7804692677। ਜੀ ਡਰਾਈਵਿੰਗ ਸਕੂਲ। ਜੀ ਡਰਾਈਵਿੰਗ ਸਕੂਲ 'ਚ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕੋਰਸ ਕਰਵਾਏ ਜਾਂਦੇ ਨੇ। ਹਰ ਤਰ੍ਹਾਂ ਦੇ ਡਰਾਈਵਿੰਗ ਲਾਇਸੈਂਸ ਦੀ ਤਸੱਲੀ ਬਖਸ਼ ਤਿਆਰੀ ਕਰਵਾਈ ਜਾਂਦੀ ਹੈ। ਅੰਗਰੇਜ਼ੀ, ਪੰਜਾਬੀ, ਹਿੰਦੀ ਤੇ ਉਰਦੂ ਬੋਲਣ ਲਈ ਸਰਟੀਫਾਈਡ ਮੇਲ ਤੇ ਫੀਮੇਲ ਇੰਸਟ੍ਰਕਟਰ ਨੇ। ਇੰਸ਼ੋਰੈਂਸ ਰੇਟ ਕੱਟ ਕਰਾਉਣ ਲਈ ਡਿਫੈਂਸਿਵ ਡਰਾਈਵਿੰਗ ਦੇ ਕੋਰਸ ਵੀ ਕਰਵਾਏ ਜਾਂਦੇ ਨੇ। ਗੋ ਸਾਊਥ ਔਰ ਨਾਰਥ, ਈਸਟ ਔਰ ਵੈਸਟ, ਜੀ ਡਰਾਈਵਿੰਗ ਸਕੂਲ ਐਂਡ ਗੁਰਚਰਨ ਕਰਚਾ ਆਰ ਦਾ ਬੈਸਟ। ਥੈਂਕ ਯੂ ਭਾਜੀ, ਤੁਸੀਂ ਤਾਂ ਮੇਰੀ ਜ਼ਿੰਦਗੀ ਬਦਲਤੀ, ਨਹੀਂ ਤਾਂ ਮੈਂ ਤਾਂ ਚੱਲਿਆ ਸੀ ਇੰਡੀਆ। ਯੂ ਆਰ ਆਲਵੇਜ਼ ਵੈਲਕਮ ਟੂ ਜੀ ਡਰਾਈਵਿੰਗ ਸਕੂਲ। ਜੀ ਡਰਾਈਵਿੰਗ ਸਕੂਲ। ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਤੇ ਸਿਆਣੇ ਬੈਰਿਸਟਰ ਅਤੇ ਸੋਲਿਸਿਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤੇ ਵੀ ਆਰ ਆਲਵੇਜ਼ ਐਟ ਯੂਰ ਸਰਵਿਸ। ਯੂ ਕੈਨ ਕਾਲ ਮੀ ਐਨੀ ਟਾਈਮ। ਮਾਈ ਫੋਨ ਨੰਬਰ ਇਜ਼ 7804664660। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟੀਸਫਾਈਡ ਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾ ਆਫਿਸ। ਪੰਜਾਬ ਮਨੀ ਐਕਸਚੇਂਜ। ਇੰਡੀਆ ਕਿਸੇ ਵੀ ਜਗ੍ਹਾ ਪੈਸੇ ਭੇਜਣੇ ਹੋਣ 24 ਘੰਟੇ ਵਿੱਚ ਪਹੁੰਚ ਜਾਣਗੇ। ਇੰਡੀਆ ਤੋਂ ਜਲਦੀ ਪੈਸੇ ਮੰਗਵਾਉਣੇ ਹੋਣ ਜਾਂ ਭੇਜਣੇ ਹੋਣ ਤਾਂ ਪੰਜਾਬ ਮਨੀ ਐਕਸਚੇਂਜ ਦੇ ਬਿੱਕਰ ਗਿੱਲ ਹੋਣ ਦਾ ਨਾਂ ਚੇਤੇ ਰੱਖੋ। ਫੋਨ ਨੰਬਰ 7809931463। ਮੈਂ ਹਾਂ ਨਾ ਪੰਜਾਬ ਮਨੀ ਐਕਸਚੇਂਜ। ਤੇ ਦੋਸਤੋ, ਇਹ ਸੀ ਸਾਡਾ ਅੱਜ ਦਾ ਇਹ ਵਤਨ ਟੀਵੀ ਪ੍ਰੋਗਰਾਮ। ਹੁਣ ਸਮਾਂ ਹੁੰਦਾ ਹੈ ਤੁਹਾਥੋਂ ਆਗਿਆ ਲੈਣ ਦਾ। ਜਾਂਦੇ ਜਾਂਦੇ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਅਗਲੇ ਹਫਤੇ ਫਿਰ ਮਿਲਦੇ ਹਾਂ। ਉਦੋਂ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਹੀ ਰੱਬ ਰਾਖਾ।